बहुत सारे मॉडल ने, कोई दिल्ली मॉडल है, कोई पंजाब मॉडल है, कोई गुजरात मॉडल है, कोई इंडिया का मॉडल है। पंजाब ਨੂੰ ਕਿਹੜੇ मॉडल की लोड़ है? ਥੋਟਸ ਜਾਂ ਫੰਡਾਮੈਂਟਲਸ ਹੋਣ ਉਹ ਪੰਜਾਬ ਕੇਂਦਰਿਤ ਥੋਟ ਦੇ ਹੋਣ, ਚਾਹੇ ਸਨਅਤ ਆ ਉਹ ਪੰਜਾਬ ਕੇਂਦਰਿਤ ਕਿਵੇਂ ਹੋਵੇ, ਖੇਤੀਬਾੜੀ ਆ ਉਹ ਪੰਜਾਬ ਕੇਂਦਰਿਤ ਕਿਸ ਤਰੀਕੇ ਨਾਲ ਅਸੀਂ ਉਹਦੇ ਹੱਲ ਕੱਢੀਏ। ਪੰਜਾਬ ਕੇਂਦਰਿਤ ਤਾਂ ਸਮਝ ਲਓ ਪਿਛਲੇ 1.5 ਪੌਣੇ 200 ਸਾਲ ਤੋਂ ਹੀ ਨਹੀਂ ਰਿਹਾ ਕਿ ਸਾਰੀ ਜਿਹੜੀ ਪਲੈਨਿੰਗ ਆ ਜਾਂ ਪੈਸਾ ਕਿਸ ਹਿਸਾਬ ਨਾਲ ਜਾਂ ਰੈਵਨਿਊ ਕਿਸ ਹਿਸਾਬ ਨਾਲ ਡਿਸਟ੍ਰੀਬਿਊਟ ਹੋਣਾ ਉਹ ਸਾਰਾ ਜਿਹੜਾ ਹੈਗਾ ਉਹ ਕੇਂਦਰ ਤੋਂ ਡਿਸਾਈਡ ਹੁੰਦਾ। ਜਿੱਥੇ ਮਰਜ਼ੀ ਜਾਓ, ਦੁਨੀਆ ਦੇ ਜਿਹੜੇ ਮਰਜ਼ੀ ਖਿੱਤੇ ਜਾਓ, ਹੱਲ ਭਾਲਦੇ ਲੋਕ ਕੀ ਹੱਲ ਦੱਸੋ ਕੀ ਹੈ। ਕਰਜ਼ਾ ਮਾੜਾ ਨਹੀਂ ਹੁੰਦਾ ਸਟੇਟ ਵਾਸਤੇ, ਸਬਸਿਡੀਜ਼ ਵੀ ਮਾੜੀਆਂ ਨਹੀਂ ਹੁੰਦੀਆਂ। ਪੰਜਾਬ ਦੇ ਵਿੱਚ ਇਸ ਟਾਈਮ 40 ਲੱਖ ਦੇ ਕਰੀਬ ਬੇਰੋਜ਼ਗਾਰ ਤੇ ਸੈਮੀ ਬੇਰੋਜ਼ਗਾਰ ਲੋਕ ਆ। ਸਾਨੂੰ ਇਹਨਾਂ ਉੱਤੇ 8 ਤੋਂ 10 ਲੱਖ ਕਰੋੜ ਖਰਚਣਾ ਪਊਗਾ ਜੇ ਅਸੀਂ ਇਹਨਾਂ ਨੂੰ ਇੰਪਲੋਇਮੈਂਟ ਦੇਣਾ। ਕਬਜ਼ਾ ਤੇ ਰੈਂਟਲਸ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਸਟੇਟ ਨੂੰ ਬਣਾਉਣੀਆਂ ਪੈਣੀਆਂ। ਬੇਸਿਕਲੀ ਪੰਜਾਬ ਦੇ ਵਿੱਚ ਬਹੁਤ ਐਡਵਾਂਟੇਜਸ ਆ। ਪੰਜਾਬ ਇੱਕ ਇਕੱਲੀ ਸਟੇਟ ਆ ਸ਼ਾਇਦ ਭਾਰਤ 'ਚ ਕੀ ਦੁਨੀਆ 'ਚ ਹੀ ਹੋਵੇ ਜਿੱਥੇ ਬੈਲੈਂਸ ਹੈਗਾ ਐਗਰੀਕਲਚਰ ਤੇ ਇੰਡਸਟਰੀ ਦਾ। ਜਿਹੜੀਆਂ ਸਾਡੀਆਂ ਪ੍ਰਾਇਮਰੀ ਬੋਡੀਜ਼ ਸੀਗੀਆਂ, ਪਨਸਪ ਸੀ ਜਾਂ ਮਾਰਕਫੈਟ ਸੀ, ਜਿਨ੍ਹਾਂ ਦਾ ਰੋਲ ਐਕਚੁਅਲੀ ਨਵੀਆਂ ਮਾਰਕੀਟਸ ਤਲਾਸ਼ ਕਰਨ ਦਾ ਸੀ, ਉਹ ਇੱਕ ਦਲਾਲ ਬਣ ਕੇ ਰਹਿ ਗਈਆਂ ਸੈਂਟਰ ਦੀ ਪਰਚੇਜ਼ ਦੀ। ਜਿਵੇਂ ਐਮਐਲਏ ਵੀ ਆਪਣਾ ਮੁੰਡਾ ਸਰਕਾਰੀ ਨੌਕਰੀ ਦੀ ਲਵਾਉਣਾ ਚਾਹੁੰਦਾ। ਮਤਲਬ ਜੇ ਪੰਜਾਬ ਦੀ ਐਗਰੀਕਲਚਰ ਦਾ, ਪਹਿਲਾਂ ਤਾਂ ਐਗਰੀਕਲਚਰ ਦੇ ਮਾਡਲ 'ਤੇ ਰੌਲਾ ਪੈਂਦਾ ਹੈਗਾ ਕਿ ਆਪਾਂ ਝੋਨੇ ਹੀ ਇਕੱਲਾ ਕਿਉਂ, ਬਾਕੀ ਚੀਜ਼ਾਂ ਕਿਉਂ ਨਹੀਂ, ਜਿਹੜੀ ਸਾਡੀ ਪੁਰਾਣੀ ਖੇਤੀ ਸੀ ਆਪਾਂ ਦੀ। ਬਿਲਕੁਲ ਜੀ, ਬਹੁਤ ਵੱਡੀ ਪ੍ਰੋਬਲਮ ਹੈ। ਪਰ ਇੱਥੇ ਤਾਂ ਬਹੁਤ ਵੱਡੇ ਦਾਅਵੇ ਸੁਖਬੀਰ ਬਾਦਲ ਦੇ ਟਾਈਮ ਵੀ ਇਨਵੈਸਟ ਪੰਜਾਬ, ਹੋਰ ਬਹੁਤ ਸਾਰਾ ਕੁਝ, ਸਾਰਿਆਂ ਦੇ ਦਾਅਵੇ ਨੇ ਨਾ। ਉਹਨਾਂ ਨੇ ਵੀ ਐਗਰੀਕਲਚਰ ਸਮਿਟ ਵੀ ਕਰਾਈ, ਇੰਡਸਟਰੀ ਸਮਿਟ ਵੀ ਕਰਾਈ, ਅੰਬਾਨੀ ਅਡਾਨੀ ਸਭ ਆਏ। ਫਿਰ ਦੂਜੇ ਪਾਸੇ ਕੈਪਟਨ ਸਰਕਾਰ ਵੀ ਬਹੁਤ ਸਾਰੀਆਂ ਗੱਲਾਂ ਜਾ ਕੇ ਬੰਬੇ 'ਚ ਵੱਡੇ ਵੱਡੇ ਇੰਡਸਟਰੀਸਟਾਂ ਨੂੰ, ਫਿਰ ਘਾਟ ਕਿੱਥੇ ਆ? ਘਾਟ ਇੱਕ ਤਾਂ ਜੀ ਹੋਲਿਸਟਿਕ ਪਲੈਨਿੰਗ ਹੈ ਨਹੀਂ। ਇਹ ਸੰਭਵ ਹੈ ਕਿ ਪੰਜਾਬ ਇੱਕ ਆਪਣਾ ਮਾਡਲ ਘੜ ਲੇ ਜਦੋਂ ਵਰਲਡ ਆਰਡਰ ਸੇਮ ਹੋਣ ਜਾ ਰਿਹਾ ਹੋਵੇ, ਕੀਤਾ ਜਾ ਰਿਹਾ ਹੋਵੇ। ਪੁਸ਼ ਕਰੋ ਲੋਕਾਂ ਨੂੰ। ਜੇ ਤੁਹਾਨੂੰ ਜ਼ਿਆਦਾ ਉੱਥੇ ਮਿਲ ਰਿਹਾ ਅਰਨਿੰਗ ਜਾਂ ਰਿਟਰਨ ਮਿਲ ਰਹੀ ਹੈ, ਕਿਉਂ ਨਹੀਂ ਫਾਰਮਰ ਜਾਊਗਾ? ਘਰ ਦੀ ਬਿਜਲੀ ਫ੍ਰੀ ਕਰ ਦਿਓ। ਇਹ ਤਾਂ WTO ਨਹੀਂ ਮਨਾ ਕਰਦਾ ਤੁਹਾਨੂੰ ਕਿ ਉੱਥੇ ਦੇਣ ਦੀ ਬਜਾਏ ਉੱਧਰ ਦੇ ਦਿਓ ਸਬਸਿਡੀ। ਆਪਾਂ ਨੀਅਤ ਨਾ ਕਰੀਏ, ਇਹ ਨਾ ਹੋ ਨੇ ਆਪਣੇ ਪੋਲੀਟੀਕਲ ਬੌਸਸ ਜਿਵੇਂ ਵੇਖਣ ਲੱਗ ਜਾਂਦੇ ਵੀ ਇਹਦੇ 'ਚੋਂ ਮੇਰਾ ਕੀ ਲੱਭਣਾ ਹੋਵੇ। ਸਮਾਜ ਬਹੁਤ ਸਾਰੀਆਂ ਚੀਜ਼ਾਂ ਨਾਲ ਮਿਲ ਕੇ ਚੱਲਦਾ ਹੈ, ਜਿਹਦੇ 'ਚ ਧਰਮ ਵੀ ਹੁੰਦਾ ਹੈ, ਰਾਜਨੀਤੀ ਵੀ ਹੁੰਦੀ ਹੈ, ਸੱਭਿਆਚਾਰ ਵੀ ਹੁੰਦਾ ਹੈ, ਹੋਰ ਪੱਖ ਵੀ ਹੁੰਦੇ ਨੇ, ਪਰ ਕੇਂਦਰੀ ਧੁਰਾ ਆਰਥਿਕਤਾ ਹੁੰਦੀ ਹੈ। ਪਿਛਲੇ ਦੌਰ ਤੋਂ ਕਿਹਾ ਜਾ ਰਿਹਾ ਪੰਜਾਬ ਆਰਥਿਕ ਤੌਰ 'ਤੇ ਬਿਮਾਰ ਹੈ, ਆਰਥਿਕ ਤੌਰ 'ਤੇ ਉਦਾਸ ਹੈ। ਪੰਜਾਬ ਦਾ ਯੂਥ ਪੰਜਾਬ ਛੱਡ ਬਾਹਰ ਜਾ ਰਿਹਾ ਹੈ। ਹੋਰ ਕੀ ਕਾਰਨ ਨੇ? ਪੰਜਾਬ ਦੀ ਆਰਥਿਕਤਾ ਨੂੰ ਪਟੜੀ 'ਤੇ ਕਿਵੇਂ ਚੜ੍ਹਾਇਆ ਜਾ ਸਕਦਾ ਹੈ? ਰਾਜਨੀਤੀ ਡੀਕੋਡ 'ਚ ਅੱਜ ਇਸੇ 'ਤੇ ਗੱਲ ਕਰਾਂਗੇ। ਸਾਡੇ ਨਾਲ ਖਾਸ ਮਹਿਮਾਨ ਅਜੇਪਾਲ ਸਿੰਘ ਬਰਾੜ ਨੇ। ਸਵਾਗਤ ਕਰਦੇ ਉਹਨਾਂ ਦਾ। ਸਵਾਗਤ ਹੈ ਬਰਾੜ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਰਾੜ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਕਿ ਗੱਲਾਂ ਬਹੁਤ ਹੁੰਦੀਆਂ ਨੇ, ਬਹੁਤ ਸਾਰੇ ਵਿਜ਼ਨ ਨੇ, ਬਹੁਤ ਸਾਰੇ ਮਾਡਲ ਨੇ। ਕੋਈ ਦਿੱਲੀ ਮਾਡਲ ਹੈ, ਕੋਈ ਪੰਜਾਬ ਮਾਡਲ ਹੈ, ਕੋਈ ਗੁਜਰਾਤ ਮਾਡਲ ਹੈ, ਕੋਈ ਇੰਡੀਆ ਦਾ ਮਾਡਲ ਹੈ। ਪੰਜਾਬ ਨੂੰ ਕਿਹੜੇ ਮਾਡਲ ਦੀ ਲੋੜ ਹੈ? ਵੈਸੇ ਤਾਂ ਜੀ ਮਾਡਲ ਆਪਾਂ ਜਿਹੜੇ ਮਰਜ਼ੀ ਨਾਂ ਦੇਈ ਜਾਈਏ ਤਾਂ ਸੈਲਿੰਗ ਟ੍ਰਿਕਸ ਆ, ਪਰ ਡੈਫੀਨੇਟਲੀ ਕਿਸੇ ਵੀ ਸਟੇਟ ਆ, ਚਾਹੇ ਪੰਜਾਬ ਆ, ਚਾਹੇ ਮਨੀਪੁਰ ਆ, ਕੋਈ ਵੀ ਸਟੇਟ ਆ ਜਾਂ ਖਿੱਤਾ ਹੈ, ਉਹਨੂੰ ਉੱਥੋਂ ਦਾ ਹੀ ਇੱਕ ਸੈਂਟਰਿਕ ਮਾਡਲ ਚਾਹੀਦਾ ਹੁੰਦਾ ਕਿ ਉੱਥੋਂ ਨੂੰ ਸੈਂਟਰ ਬਣਾ ਕੇ ਉਹਨੂੰ ਮੱਧ 'ਚ ਰੱਖ ਕੇ ਆਪਾਂ ਕਿਸੇ ਤਰੀਕੇ ਦੀ ਵੀ ਆਰਥਿਕਤਾ ਦੀ ਪਾਲਿਸੀ ਘੜੀ ਜਾਵੇ ਕਿ ਪੂਰੀ ਨੀਤੀ ਉਹਦੇ ਅਰਾਊਂਡ ਚੱਲੇ। ਤਾਂ ਇਸ ਟਾਈਮ ਡੈਫੀਨੇਟਲੀ ਪੰਜਾਬ ਨੂੰ ਪੰਜਾਬ ਮਾਡਲ ਦੀ ਲੋੜ ਆ। ਬਟ ਪੰਜਾਬ ਮਾਡਲ ਤੋਂ ਭਾਵ ਮੇਰਾ ਹੈ ਕਿ ਵੀ ਜਿਹੜੇ ਥੋਟਸ ਜਾਂ ਫੰਡਾਮੈਂਟਲਸ ਹੋਣ ਉਹ ਪੰਜਾਬ ਕੇਂਦਰਿਤ ਥੋਟ ਦੇ ਹੋਣ, ਚਾਹੇ ਸਨਅਤ ਆ ਉਹ ਪੰਜਾਬ ਕੇਂਦਰਿਤ ਕਿਵੇਂ ਹੋਵੇ, ਖੇਤੀਬਾੜੀ ਆ ਉਹ ਪੰਜਾਬ ਕੇਂਦਰਿਤ ਕਿਸ ਤਰੀਕੇ ਨਾਲ ਅਸੀਂ ਉਹਦੇ ਹੱਲ ਕੱਢੀਏ ਜੀ। ਇਹ ਕੀ ਕੇਂਦਰਿਤ ਨਹੀਂ ਰਿਹਾ ਗਾ ਪੰਜਾਬ ਕੇਂਦਰਿਤ ਜੋ ਹੁਣ ਤੱਕ ਕੈਪਟਨ ਦੀ ਸਰਕਾਰ ਰਹੀ, ਬਾਦਲ ਦੀਆਂ ਸਰਕਾਰਾਂ ਰਹੀਆਂ, ਕਿ ਨਹੀਂ ਰਿਹਾ? ਉਹ ਨਹੀਂ, ਪੰਜਾਬ ਕੇਂਦਰਿਤ ਤਾਂ ਸਮਝ ਲਓ ਪਿਛਲੇ 1.5 ਪੌਣੇ 200 ਸਾਲ ਤੋਂ ਹੀ ਨਹੀਂ ਰਿਹਾ ਜੀ। ਬਿਕੋਜ਼ ਜਿੰਨੀ ਤੁਹਾਡੀ ਜਿਹੜੀ ਫਾਈਨੈਂਸ਼ੀਅਲ ਹੈਂਡਲਿੰਗ ਸੀਗੀ ਜਾਂ ਜਿਹੜਾ ਪੈਸੇ ਦੀ ਹੈਂਡਲਿੰਗ ਸੀ ਉਹ ਪਹਿਲਾਂ ਬ੍ਰਿਟਿਸ਼ ਰਾਜ ਨੇ ਕੀਤੀ ਜੀ। ਹੁਣ ਜਿਹੜਾ ਕੌਨਸਟੀਟਿਊਸ਼ਨ ਆ ਭਾਰਤ ਦਾ ਉਹ ਇਸ ਤਰੀਕੇ ਦਾ ਹੈ ਕਿ ਸਾਰੀ ਜਿਹੜੀ ਪਲੈਨਿੰਗ ਆ ਜਾਂ ਪੈਸਾ ਕਿਸ ਹਿਸਾਬ ਨਾਲ ਜਾਂ ਰੈਵਨਿਊ ਕਿਸ ਹਿਸਾਬ ਨਾਲ ਡਿਸਟ੍ਰੀਬਿਊਟ ਹੋਣਾ ਉਹ ਸਾਰਾ ਜਿਹੜਾ ਹੈਗਾ ਉਹ ਕੇਂਦਰ ਤੋਂ ਡਿਸਾਈਡ ਹੁੰਦਾ। ਕੌਨਸਟੀਟਿਊਸ਼ਨ ਦੀ ਪ੍ਰੋਵੀਜ਼ਨਸ ਹੀ ਇਸ ਤਰੀਕੇ ਦੀਆਂ। ਪਰ ਹਾਂ, ਫਿਰ ਵੀ ਬਹੁਤ ਕੁਛ ਐਸਾ ਹੈ ਜਿਹੜਾ ਕਿ ਪੰਜਾਬ ਕੇਂਦਰਿਤ ਹੋ ਸਕਦਾ ਸੀ, ਪੰਜਾਬ ਨੂੰ ਮੱਧ 'ਚ ਰੱਖ ਕੇ ਕੀਤਾ ਜਾ ਸਕਦਾ ਸੀ। ਜੇ ਸਿੱਧਾ ਮੈਂ ਪੁੱਛਾਂ, ਕਿਉਂਕਿ ਲੋਕ ਕਹਿੰਦੇ ਆ ਬਹੁਤ ਸਾਰੇ ਸਵਾਲ ਤਾਂ ਖੜੇ ਕਰਦੇ ਨੇ, ਪੱਤਰਕਾਰਾਂ ਦਾ ਕੰਮ ਵੀ ਹੁੰਦਾ ਸਵਾਲ ਖੜੇ ਕਰਨਾ। ਹੱਲ ਕੀ ਹੈ? ਜਿੱਥੇ ਮਰਜ਼ੀ ਜਾਓ, ਦੁਨੀਆ ਦੇ ਜਿਹੜੇ ਮਰਜ਼ੀ ਖਿੱਤੇ ਜਾਓ, ਹੱਲ ਭਾਲਦੇ ਲੋਕ, ਕੀ ਹੱਲ ਦੱਸੋ ਕੀ ਆ? ਪਹਿਲਾਂ ਤਾਂ ਆਪਾਂ ਪ੍ਰੋਬਲਮ ਨੂੰ ਆਇਡੈਂਟੀਫਾਈ ਕਰੀਏ, ਹੈ ਨਾ ਜੀ। ਪ੍ਰੋਬਲਮ ਇਹ ਆ ਕਿ ਇਸ ਟਾਈਮ ਜਿਹੜੀ ਸਿੰਪਟੋਮੈਟਿਕ ਪ੍ਰੋਬਲਮਸ ਹੈਗੀਆਂ ਉਹ ਹੈਗੀਆਂ ਕਿ ਜਿਹੜੀ ਸਾਰੀਆਂ ਸਬਸਿਡੀਜ਼ ਹੈਗੀਆਂ ਤਕਰੀਬਨ 18% ਆ ਸਾਡੀ
GDP ਦਾ, ਸਟੇਟ ਦੀ GDP ਦਾ। ਉਹਦੇ ਇਲਾਵਾ ਪੰਜਾਬ ਤੇ ਜਿਹੜਾ ਕਰਜ਼ਾ ਹੈ ਉਹ ਤਕਰੀਬਨ 40% ਹੈਗਾ ਤੁਹਾਡੀ ਰੈਵਨਿਊ ਦਾ। ਕਰਜ਼ਾ ਮਾੜਾ ਨਹੀਂ ਹੁੰਦਾ ਸਟੇਟ ਵਾਸਤੇ, ਸਬਸਿਡੀਜ਼ ਵੀ ਮਾੜੀਆਂ ਨਹੀਂ ਹੁੰਦੀਆਂ ਐਜ਼ ਸੱਚ, ਬਟ ਉਹ ਪਰਸੈਂਟੇਜ ਕਿੰਨੀ ਹੈ ਟੋਟਲ ਦੀ ਤੇ ਕਿਹਨੂੰ ਮਿਲ ਰਹੀਆਂ ਇਹ ਇੰਪੋਰਟੈਂਟ ਆ। ਤੇ ਜਿਹੜੀ 18% ਸਬਸਿਡੀ ਆ, ਹੁਣ ਆਪਣੇ ਕੋਲ ਇਹਦਾ ਦੋ ਤਰੀਕੇ, ਇੱਕ ਤਾਂ ਆਪਾਂ ਸਬਸਿਡੀ ਕੱਟ ਡਾਊਨ ਕਰੀਏ, ਜਿਵੇਂ ਹੁਣ ਜ਼ਿਆਦਾ ਪਲਾਨਸ ਆ ਰਹੀਆਂ ਕਿ ਸਬਸਿਡੀ ਕੱਟ ਡਾਊਨ ਕਰੇ, ਪਰ ਮੈਂ ਇਹ ਸਮਝਦਾ ਕਿ ਸਬਸਿਡੀ ਕੱਟ ਡਾਊਨ ਕਰਨ ਦੀ ਬਜਾਏ ਸਬਸਿਡੀ ਨੂੰ ਰਾਈਟ ਡਾਇਰੈਕਸ਼ਨ 'ਚ ਦਈਏ। ਜਿਹੜੀਆਂ ਜਿਵੇਂ 6 ਲੱਖ ਪੂਅਰ ਅੰਡਰ ਪਾਵਰਟੀ ਲਾਈਨ ਫੈਮਲੀਜ਼ ਹੈਗੀਆਂ, ਉਹਨਾਂ ਨੂੰ ਸਬਸਿਡੀਜ਼ ਮਿਲਣੀਆਂ ਚਾਹੀਦੀਆਂ, ਹਰ ਤਰ੍ਹਾਂ ਦੀਆਂ, ਈਵਨ ਕੈਸ਼ ਟ੍ਰਾਂਸਫਰ ਤੱਕ ਮਿਲਣਾ ਚਾਹੀਦਾ। ਸੈਕੰਡਲੀ, ਇਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਸ 'ਤੇ ਕਿ ਵੀ ਸਬਸਿਡਾਈਜ਼ਡ ਇਲੈਕਟ੍ਰਿਸਿਟੀ ਆ ਜਾਂ ਸਬਸਿਡਾਈਜ਼ਡ ਫਲਾਨੀ ਚੀਜ਼ ਆ, ਇਹ ਰਾਜਨੀਤੀ ਨਹੀਂ ਹੋਣੀ ਚਾਹੀਦੀ, ਇਹ ਪੋਲਿਸੀ ਹੋਣੀ ਚਾਹੀਦੀ ਆ। ਇਹਦੇ ਇਲਾਵਾ ਜਿਹੜੀ ਆ GDP ਨੂੰ ਵਧਾਉਣ ਦੇ ਸਾਡੇ ਕੋਲ, ਜਿੱਥੇ ਆਪਾਂ ਕਹਿੰਦੇ ਆ ਕਿ ਇਕੋਨਮੀ ਦੇ ਨਾ 3 ਮੋਟੇ ਹਿੱਸੇ ਆ ਜੀ। ਇੱਕ ਉਹਦਾ ਫਿਸਕਲ ਪਾਰਟ ਤੋਂ ਭਾਵ ਆ ਕਿ ਕਿੰਨਾ ਆਪਾਂ ਰੈਵਨਿਊ ਸਹੀ ਤਰੀਕੇ ਨਾਲ ਕਲੈਕਟ ਕਰ ਰਹੇ ਹਾਂ, ਰੈਵਨਿਊ ਦੀ ਚੋਰੀ ਤਾਂ ਨਹੀਂ ਹੋ ਰਹੀ ਕਿ ਵੀ ਕੋਈ ਸੈਂਡ ਮਾਫੀਆ, ਜਿਹੜਾ ਆਪਾਂ ਕਹਿੰਦੇ ਆ ਐਲਕੋਹਲ ਮਾਫੀਆ ਜਾਂ ਟਰਾਂਸਪੋਰਟ ਮਾਫੀਆ, ਇਹ ਆ ਰੈਵਨਿਊ ਪੂਰਾ ਕਲੈਕਟ ਨਹੀਂ ਹੋ ਰਿਹਾ। ਤੇ ਰੈਵਨਿਊ ਖਰਚ ਸਹੀ ਹੋ ਰਿਹਾ ਕਿ ਵਿੱਚ ਅਗਰ ਕਰਪਸ਼ਨ ਤਾਂ ਨਹੀਂ ਹੋ ਰਹੀ ਲੋ ਲੈਵਲ। ਇਹ ਤਾਂ ਇੱਕ ਮਾਈਨਰ ਜਿਹਾ ਪਾਰਟ ਆ ਸਾਰੀ ਦਾ। ਇਹਦੇ ਇਲਾਵਾ ਜਿਹੜਾ ਮੇਨ ਪਾਰਟ ਆ ਉਹ ਆ ਕਿ ਅਸੀਂ ਇਨਵੈਸਟਮੈਂਟ ਕਰ ਰਹੇ ਹਾਂ ਆਪਦੀ। ਫੋਰ ਐਗਜ਼ਾਮਪਲ, ਪੰਜਾਬ ਦੇ ਵਿੱਚ ਇਸ ਟਾਈਮ 40 ਲੱਖ ਦੇ ਕਰੀਬ ਬੇਰੁਜ਼ਗਾਰ ਤੇ ਸੈਮੀ ਬੇਰੁਜ਼ਗਾਰ ਲੋਕ ਆ। ਸਾਨੂੰ ਇਹਨਾਂ ਉੱਤੇ 8 ਤੋਂ 10 ਲੱਖ ਕਰੋੜ ਖਰਚਣਾ ਪਊਗਾ ਜੇ ਅਸੀਂ ਇਹਨਾਂ ਨੂੰ ਇੰਪਲੋਇਮੈਂਟ ਦੇਣੀ ਆ। ਉਹ ਇੰਪਲੋਇਮੈਂਟ ਸਾਨੂੰ ਡੈਫੀਨੇਟਲੀ ਸਟੇਟ ਤਾਂ ਨਹੀਂ ਖਰਚ ਸਕਦੀ, ਉਹ ਬਾਹਰੋਂ ਲਿਆਉਣਾ ਪਊਗਾ। ਤਾਂ ਸਾਨੂੰ ਕੁਝ ਐਸੇ ਰਿਫਾਰਮਸ ਜਾਂ ਐਸੀਆਂ ਨੀਤੀਆਂ ਘੜਨੀਆਂ ਪੈਣਗੀਆਂ ਜਿਹਦੇ ਨਾਲ ਉਹ ਪੈਸਾ ਬਾਹਰੋਂ ਪ੍ਰਾਈਵੇਟ ਇਨਵੈਸਟਰ ਆਵੇ, ਚਾਹੇ ਕੋਆਪਰੇਟਿਵ ਇਨਵੈਸਟਰਸ ਹੋਣ, ਉਹ ਇੱਥੇ ਲਗਾਉਣ। ਇੱਕ ਉਦਾਹਰਨ ਦਿੰਦਾ ਹੈ, ਫੋਰ ਐਗਜ਼ਾਮਪਲ ਅੱਜ ਆਪਾਂ ਮੋਹਾਲੀ 'ਚ ਬੈਠੇ ਹਾਂ, ਮੋਹਾਲੀ ਦੇ ਵਿੱਚ ਬਹੁਤ ਬਿਲਡਰਸ ਆ ਰਹੇ ਆ, ਬੜੇ ਹੋ ਰਹੇ ਆ, ਪਰ ਸਟਾਕ ਉਹਨਾਂ ਦਾ ਲੱਗ ਨਹੀਂ ਰਿਹਾ। ਤਾਂ ਇਸ ਟਾਈਮ ਸਟੇਟ ਜਿਹੜੀ ਚੀਜ਼ ਕਰ ਸਕਦੀ ਹੈ, ਸੂਬਾ ਜੋ ਕਰ ਸਕਦਾ ਉਹ ਇਹ ਆ ਕਿ ਸਾਡਾ ਬਹੁਤ ਲਾਰਜ ਡਾਇਸਪੋਰਾ ਹੈ। ਸਾਨੂੰ ਜੇ ਅਸੀਂ ਉਹਨਾਂ ਦੀ ਇਨਵੈਸਟਮੈਂਟ ਇੱਥੇ ਕਮਰਸ਼ੀਅਲ ਪ੍ਰਾਪਰਟੀਜ਼ 'ਚ ਤੇ ਉਹਨਾਂ 'ਚ ਕਰਾਈਏ ਤਾਂ ਬਿਲਡਰਸ ਨੂੰ ਉਹਨਾਂ ਦਾ ਸਟਾਕ ਨਿਕਲਣਾ ਸ਼ੁਰੂ ਹੋ ਜੂ। ਹੁਣ ਉਹਨਾਂ ਦੇ ਡਰ ਕੀ ਹੈਗੇ ਆ? ਉਹਨਾਂ ਦੇ ਡਰ ਆ ਕਿ ਵੀ ਕਿ ਇੱਥੇ ਕਬਜ਼ਾ ਹੋ ਜੂ। ਕਬਜ਼ੇ ਤੋਂ ਵੀ ਦੂਜੀ ਡਰ ਆ ਕਿ ਰੈਂਟ ਤੇ ਚੜੂਗੀ ਕਿ ਨਹੀਂ। ਉਹ ਕਬਜ਼ਾ ਤੇ ਰੈਂਟਲਸ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹ ਸਟੇਟ ਨੂੰ ਬਣਾਉਣੀਆਂ ਪੈਣੀਆਂ ਕਿ ਵੀ ਇੱਥੇ ਕਿਸੇ ਤਰੀਕੇ ਨਾਲ ਵੀ ਐਸੀ ਕੋਈ ਪ੍ਰੋਬਲਮ ਨਾ ਆ ਜਾਏ। ਉਹ ਤਾਂ ਪਹਿਲਾਂ ਵਾਲੀਆਂ ਵੇਚੀ ਜਾਂਦੇ ਨੇ, NRI ਤਾਂ ਕਹਿੰਦੇ ਇੱਥੇ ਜ਼ਮੀਨਾਂ ਰੱਖੋ, ਵੇਚ ਕੇ ਚਲੇ ਜਾਓ। ਕੌਨਫੀਡੈਂਸ ਨਹੀਂ ਨਾ ਸਟੇਟ 'ਚ। ਇਹਦਾ ਮਤਲਬ ਸਟੇਟ ਨੂੰ ਕੁਝ ਇਹ ਜਿਹੀਆਂ ਨੀਤੀਆਂ ਬਣਾਉਣੀਆਂ ਪੈਣੀਆਂ ਹੈ ਕਿ ਵੀ ਉਹਨਾਂ ਦਾ ਜਿਹੜਾ ਪੈਸਾ ਆਊਟਫਲੋ ਨਾ ਹੋਵੇ, ਇਨਫਲੋ ਹੋਵੇ। ਤੇ ਇੰਨੇ ਕਿ ਇਨਫਲੋ ਨਾਲ ਹੀ ਤੁਹਾਡਾ ਬੜਾ ਮੇਜਰ ਰੈਵਨਿਊ ਚੇਂਜ ਆ ਜੂ। ਇਸ ਤੋਂ ਜਿਹੜੀ ਪਾਲਿਸੀ ਮੇਕਿੰਗ ਆ ਨਾ, ਅੱਜ ਦੀ ਡੇਟ ਜਿਹੜੀ ਪ੍ਰੋਬਲਮ ਆ ਆਪਣੀ ਸਟੇਟ ਦੀ, ਉਹ ਆਪਾਂ ਪੀਸਮੀਲ ਅਟੈਕਸ ਕਰਦੇ ਆ ਨਾ ਕਿ ਵੀ ਆਹ ਕਰਪਸ਼ਨ ਰੋਕ ਲਓ, ਆਹ ਚੀਜ਼ ਕਰ ਦਿਓ, ਆਹ PPA ਖਤਮ ਕਰ ਦਿਓ। ਨਹੀਂ, ਇਹ ਇਕੱਲਾ ਇਹ ਨਹੀਂ, ਉਹ ਵੀ ਕਰਨ ਦੀ ਲੋੜ ਆ। ਕਰਪਸ਼ਨ ਜਿੱਥੇ ਵੀ ਆ ਜਾਂ ਗਲਤ ਸਮਝੌਤੇ ਹੋਏ ਉਹਨਾਂ ਨੂੰ ਰੀਨੈਗੋਸ਼ੀਏਟ ਕਰਨ ਦੀ ਲੋੜ ਆ। ਬਟ ਫੰਡਾਮੈਂਟਲ ਇਹ ਹੈ ਕਿ ਵੀ ਪਾਲਿਸੀ ਪੂਰੀ ਬਣੇ। ਫੋਰ ਐਗਜ਼ਾਮਪਲ, ਸਾਡਾ ਫੂਡ ਪ੍ਰੋਸੈਸਿੰਗ ਆ, ਹੈ ਨਾ, ਫੂਡ ਪ੍ਰੋਸੈਸਿੰਗ 'ਚ ਤੁਹਾਡੇ ਕੋਲੇ ਅੰਮ੍ਰਿਤਸਰ ਦੇ ਵਿੱਚ ਰੀਫਰਸ ਹੈਗੇ ਆ, ਬਹੁਤ ਸੋਹਣਾ ਐਕਸਪੋਰਟ ਹੋ ਸਕਦਾ ਦੁਬਈ ਨੂੰ, ਪਰ ਜੇ ਦੁਬਈ ਨੂੰ ਫਲਾਈਟ ਹੀ ਨਹੀਂ ਜਾਂਦੀ ਹੋਊਗੀ, ਠੀਕ ਆ, ਉਹ ਪਾਲਿਸੀ ਚਾਹੀਦੀ ਆ। ਫਿਰ ਸਾਰੀ ਸਟੇਟ ਤੋਂ ਲਿਆ ਕੇ ਸਬਜ਼ੀ ਉੱਥੇ ਲੈ ਕੇ ਆਉਣੀ। ਹੁਣ ਇੱਕ ਇਹਦਾ ਐਗਜ਼ਾਮਪਲ ਦਿੰਦਾ ਕਿ ਉੱਤਰਾਖੰਡ ਤੋਂ 8 ਰੁਪਏ kg ਪੈਂਦੀ ਆ, ਉੱਤਰਾਖੰਡ ਦੀ ਪਹਾੜੀਆਂ 'ਚੋਂ ਸਬਜ਼ੀ ਕਲੈਕਟ ਕਰ ਰਹੇ ਰੈਫਰੀਜਰੇਟਡ ਵੈਨ 'ਚ ਦਿੱਲੀ ਪਹੁੰਚਾਉਣ 'ਚ। ਪੰਜਾਬ ਦੇ ਅੰਦਰ ਉਹੀ ਕਾਸਟ 26 ਰੁਪਏ ਆ, ਕੋਈ ਰੀਜ਼ਨ ਨਹੀਂ। ਉਹ ਪਹਾੜਾਂ ਦੇ ਵਿੱਚ ਉਹੀ ਤੇਲ ਆ, ਉਹੀ ਸਾਰਾ ਕੁਝ, ਉਹਨਾਂ ਕੋਲ ਤਾਂ ਪਹਾੜੀਆਂ ਵੀ ਤਾਂ ਦਿੱਲੀ ਲੈ ਕੇ ਆਉਣੀਆਂ। ਅਸੀਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਬੈਟਰ ਰੋਡ ਨੈਟਵਰਕ ਤੇ 26 ਰੁਪਏ ਕਿਲੋ ਲੈ ਕੇ ਆ ਰਹੇ ਹਾਂ। ਸੋ ਸਾਨੂੰ ਜਿਹੜੇ ਹਿਕਅਪਸ ਆ, ਜਿਹੜੀਆਂ ਪ੍ਰੋਬਲਮਸ ਆ, ਪ੍ਰੋਬਲਮ ਕੀ ਆ ਕਿ ਵੀ ਅਸੀਂ ਪੂਰੀ ਪਾਲਿਸੀ ਨੂੰ ਹੋਲਿਸਟਿਕਲੀ ਫਰੇਮ ਨਹੀਂ ਕਰ ਰਹੇ। ਤਾਂ ਉਹ ਹੋਲਿਸਟਿਕਲੀ ਫਰੇਮ ਕਰਨ ਦੀ ਲੋੜ ਆ। ਪੰਜਾਬ ਬੇਸਿਕਲੀ ਪੰਜਾਬ ਦੇ ਵਿੱਚ ਬਹੁਤ ਐਡਵਾਂਟੇਜਸ ਆ। ਪੰਜਾਬ ਇੱਕ ਇਕੱਲੀ ਸਟੇਟ ਆ ਸ਼ਾਇਦ ਭਾਰਤ 'ਚ ਕੀ ਦੁਨੀਆ 'ਚ ਹੀ ਹੋਊਗੀ ਜਿੱਥੇ ਬੈਲੈਂਸ ਹੈਗਾ ਐਗਰੀਕਲਚਰ ਤੇ ਇੰਡਸਟਰੀ ਦਾ। ਪਰ ਸਾਡਾ ਜਿਹੜਾ ਮਾਈਂਡ ਸੈਟ ਆ ਉਹ ਵੀ ਸਾਨੂੰ ਚੇਂਜ ਕਰਨਾ ਪਊ ਟੂਵਰਡ। ਪਰ ਇੱਥੇ ਕਿਹਾ ਗਿਆ ਕਿ ਜਿਹੜੀ ਅਗਰੇਰੀਅਨ ਸਟੇਟ ਸਾਡੀ ਸਟੇਟ ਨੂੰ ਕਿਹਾ ਜਾਂਦਾ, ਅਗਰੇਰੀਅਨ ਇਕੋਨਮੀ ਵੀ ਦੇਸ਼ ਦੀ ਇਕੋਨਮੀ ਨੂੰ ਕਿਹਾ ਗਿਆ, ਹਾਲਾਂਕਿ ਬਹੁਤ ਸਾਰਾ ਸਰਵਿਸ ਸੈਕਟਰ ਵੀ ਆ, ਹੋਰ ਸੈਕਟਰ ਵੀ ਆ ਗਏ, ਪਰ ਸਾਡਾ ਬੈਲੈਂਸ ਜਿਹੜਾ ਤੁਸੀਂ ਕਹਿੰਦੇ ਹੋ ਇੰਡਸਟਰੀ ਤੇ ਐਗਰੀਕਲਚਰ 'ਚ ਉਸ ਤਰ੍ਹਾਂ ਦਾ ਨਹੀਂ ਬਣਿਆਗਾ ਜਿਸ ਤਰ੍ਹਾਂ ਦਾ ਰਿਸ਼ਤਾ ਹੋਣਾ ਚਾਹੀਦਾ ਸੀ। ਨਾ ਸਾਡੀ ਇੰਡਸਟਰੀ ਨੇ ਉਵੇਂ ਗਰੋ ਕੀਤਾ ਤੇ ਨਾ ਸਾਡੇ ਐਗਰੀਕਲਚਰ ਨੇ। ਐਗਰੀਕਲਚਰ ਮੋਰ ਔਰ ਲੈਸ ਠੀਕ ਗਰੋ ਕੀਤਾ ਕਾਫੀ ਸਾਲਾਂ ਤੱਕ। ਉਦੋਂ ਬਾਅਦ ਬਾਜ਼ਾਰ ਨੂੰ ਮੁੱਖ ਰੱਖ ਕੇ, ਹਾਂ, ਪਰ ਉਦੋਂ ਬਾਅਦ ਖੜੋਤ ਆ ਗਈ ਬਿਕੋਜ਼ ਅਸੀਂ ਜਿਹੜੀਆਂ ਸਾਡੀਆਂ ਪ੍ਰਾਇਮਰੀ ਬੋਡੀਜ਼ ਸੀਗੀਆਂ, ਪਨਸਪ ਸੀ ਜਾਂ ਮਾਰਕਫੈਡ ਸੀ, ਜਿਨ੍ਹਾਂ ਦਾ ਰੋਲ ਐਕਚੁਅਲੀ ਨਵੀਆਂ ਮਾਰਕੀਟਸ ਤਲਾਸ਼ ਕਰਨ ਦਾ ਸੀ, ਉਹ ਇੱਕ ਦਲਾਲ ਬਣ ਕੇ ਰਹਿ ਗਈਆਂ ਸੈਂਟਰ ਦੀ ਪਰਚੇਜ਼ ਦੀਆਂ। ਠੀਕ ਹੈ ਕਿ ਵੀ ਪੈਡੀ ਤੇ ਵੀਟ ਖਰੀਦ ਦਿੰਦੀਆਂ। ਉਹਨਾਂ ਨੇ ਉਹ ਜਿਹੜਾ ਆਸਪੈਕਟ ਸੀ ਉਹ ਡਿਵੈਲਪ ਨਹੀਂ ਕੀਤਾ। ਡੈਫੀਨੇਟਲੀ ਉੱਥੇ ਇੱਕ ਕਮੀ ਆਈ ਹੈ ਜਿਹਦੇ ਕਰਕੇ ਇੰਡਸਟਰੀ ਤੇ ਸਰਵਿਸ ਸੈਕਟਰ ਹੈ। ਪਰ ਐਡਵਾਂਟੇਜ ਇਹ ਹੈ ਕਿ ਐਡਾ ਸਟਰੋਂਗ ਸਬਸਟ੍ਰੇਟਮ ਹੈਗਾ ਐਗਰੀਕਲਚਰ ਦਾ ਜਿਹੜਾ ਦੂਜੀ ਸਟੇਟਾਂ ਨੂੰ ਨਹੀਂ ਮਿਲਦਾ, ਜਿਹਦੇ ਉੱਤੇ ਤੁਸੀਂ ਖੜੀ ਕਰ ਸਕਦੇ ਹੋ ਆਪਦੀ ਇੰਡਸਟਰੀ ਨੂੰ ਤੇ ਸਰਵਿਸ ਸੈਕਟਰ ਨੂੰ। ਉਹਨੂੰ ਐਕਸਪਲੋਇਟ ਨਹੀਂ ਕੀਤਾ ਗਿਆ ਪੰਜਾਬ 'ਚ। ਉਹਨੂੰ ਐਕਸਪਲੋਇਟ ਕੀਤਾ ਜਾ ਸਕਦਾ ਸੀ ਪਰ ਉਹਦੇ 'ਚ ਨੀਤੀਆਂ ਦੀ ਘਾਟ ਸੀ। ਤੇ ਕਿਤੇ ਨਾ ਕਿਤੇ ਕੀ ਹੋਇਆ, ਜਦੋਂ ਕਲੋਨੀਅਲ ਪਾਵਰਸ ਇੱਥੇ ਆਈਆਂ ਤਾਂ ਉਹਨਾਂ ਨੇ ਆਪਣਾ ਮਾਈਂਡ ਸੈਟ ਵੀ ਬਦਲਤਾ।
ਅੱਜ ਜਿਹੜਾ ਮਾਈਂਡਸੈਟ ਹੈਗਾ ਸਾਡਾ, ਉਹ ਇੱਕ ਤਾਂ ਐਗਰੀਕਲਚਰ ਪ੍ਰਧਾਨ ਆ, ਸੈਕੰਡਲੀ ਜੌਬਸ ਦੇ ਵੱਲ ਜਾਂਦੇ ਅਸੀਂ, ਸਰਕਾਰੀ ਜੌਬਸ ਉਹ ਵੀ। ਸੋ ਐਂਟਰਪ੍ਰੀਨਿਓਰਸ਼ਿਪ ਨੂੰ ਤੇ ਬਿਜ਼ਨੈਸਿਸ ਨੂੰ ਤੇ ਇੰਡਸਟਰੀ ਨੂੰ ਅਸੀਂ ਉਹ ਤਰਜੀਹ ਨਹੀਂ ਦਿੰਦੇ, ਉਹਨਾਂ ਫੋਕਸ ਨਹੀਂ ਦਿੰਦੇ ਜਿੰਨੀ ਦੀ ਲੋੜ ਆ। ਸਰਵਿਸ ਸੈਕਟਰ ਨੂੰ ਵੀ ਉਹਨਾਂ ਫੋਕਸ ਨਹੀਂ ਦੇ ਪਾ ਰਹੇ, ਹਾਲਾਂਕਿ ਬਹੁਤ ਸਾਡੇ ਕੋਲੇ ਇਸ ਟਾਈਮ ਬਹੁਤ ਕੁਆਂਟੀਟੀ 'ਚ ਮੈਨ ਪਾਵਰ ਜਨਰੇਟ ਹੋ ਰਹੀ ਹੈ, ਜਿਹਨੂੰ ਅਸੀਂ ਮਾਈਨਰ ਸਕਿਲਿੰਗ ਨਾਲ ਹੀ ਬਹੁਤ ਚੰਗੇ ਸਰਵਿਸ ਸੈਕਟਰ 'ਚ। ਜਿਵੇਂ ਐਮਐਲਏ ਵੀ ਆਪਣਾ ਮੁੰਡਾ ਸਰਕਾਰੀ ਨੌਕਰੀ ਦੀ ਲਵਾਉਣਾ ਚਾਹੁੰਦਾ। ਐਗਜ਼ੈਕਟਲੀ, ਵੇਖੋ ਉਹ ਚਾਹੁੰਦਾ ਵੀ ਵਰਦੀ ਪਾ ਲਾਂ, ਚਾਹੇ ਕਿਸੇ ਵੀ ਲੈਵਲ ਦੀ ਪਵਾ ਲਾਂ, ਇਹਦੇ ਤੇ ਸਨਾਰ 'ਚ ਪੜ੍ਹਾ ਕੇ ਉਹ ਕਹਿੰਦਾ ਵੀ ਇੰਸਪੈਕਟਰ ਵੀ ਲਵਾ ਲਾਂ ਤੇ ਪਰ ਵਰਦੀ ਪੈ ਜੇ ਮੇਰੇ ਮੁੰਡੇ। ਸੋ ਇਹ ਮਾਈਂਡ ਸੈਟ ਹੈਗਾ ਜੀ ਇਹਦੇ 'ਚ। ਉਹ ਇਹ ਨਹੀਂ ਕਹਿੰਦਾ ਕਿ ਵੀ ਮੈਂ ਇਹਨੂੰ ਇੱਕ ਵੱਡਾ ਐਂਟਰਪ੍ਰੀਨਿਓਰ ਬਣਾ ਕੇ ਇਹ ਮੁੰਡਾ ਵੀ 20-25 ਬੰਦਿਆਂ ਨੂੰ ਜਾਂ 100 ਬੰਦਿਆਂ ਨੂੰ ਜਾਂ 1000 ਬੰਦਿਆਂ ਨੂੰ ਹੋਰ ਇੰਪਲੋਇਮੈਂਟ ਜਨਰੇਟ ਕਰਕੇ ਦੇਵੇ, ਉਧਰ ਨਹੀਂ ਉਹਨੇ ਸੋਚਿਆ। ਸੋ ਇਹ ਆਪਣਾ ਮਾਈਂਡ ਸੈਟ ਆਪਾਂ ਨੂੰ ਬਦਲਣਾ ਪਊ। ਜਿਹੜੇ ਇਹ ਅਲੀਟ ਹੈਗੀ ਆ ਬੈਠੀ ਆਪਣੀ, ਇਹਨਾਂ ਨੂੰ ਵੀ ਆਪਦਾ ਪੈਸਾ ਰੀਅਲ ਏਸਟੇਟ 'ਚ ਜਾਂ ਬਾਹਰਲੀ ਜਗ੍ਹਾ 'ਚ ਪੁਸ਼ ਕਰਨ ਦੀ ਬਜਾਏ ਇੱਥੇ ਪ੍ਰੋਡਕਟਿਵ। ਪਰ ਐਗਰੀਕਲਚਰ ਜਿਹੜੀ ਕਹਿ ਗਿਆ ਕਿ ਜਿਵੇਂ ਹੁਣ ਫੂਡ ਪ੍ਰੋਸੈਸਿੰਗ ਇੰਡਸਟਰੀ ਹਿਮਾਚਲ 'ਚ ਦੇਖਦੇ ਹਾਂ ਅਸੀਂ, ਹੈ ਨਾ, ਪੰਜਾਬ 'ਚ ਉਸ ਤਰ੍ਹਾਂ ਨਹੀਂ ਬਣਿਆਗਾ। ਮਤਲਬ ਜੇ ਪੰਜਾਬ ਦੀ ਐਗਰੀਕਲਚਰ ਦਾ, ਪਹਿਲਾਂ ਤਾਂ ਐਗਰੀਕਲਚਰ ਦੇ ਮਾਡਲ 'ਤੇ ਰੌਲਾ ਪੈਂਦਾ ਗਾ ਕਿ ਆਪਾਂ ਝੋਨਾ ਹੀ ਇਕੱਲਾ ਕਿਉਂ, ਬਾਕੀ ਚੀਜ਼ਾਂ ਕਿਉਂ ਨਹੀਂ, ਜਿਹੜੀ ਸਾਡੀ ਪੁਰਾਣੀ ਖੇਤੀ ਸੀ ਆਪਾਂ ਕਹੀਏ ਉਧਰ ਨੂੰ ਅਸੀਂ ਕਿਉਂ ਨਹੀਂ ਜਾ ਰਹੇ। ਆਰਗੈਨਿਕ ਖੇਤੀ ਦੀ ਗੱਲ ਹੁੰਦੀ ਹੈ ਜਾਂ ਰਵਾਇਤੀ ਖੇਤੀ ਦੀ ਗੱਲ ਹੁੰਦੀ ਹੈ। ਇੱਕ ਤਾਂ ਉਹ ਮਾਡਲ 'ਤੇ ਗੱਲ, ਦੂਜਾ ਹੈਗਾ ਕਿ ਉਹ ਮਾਡਲ ਵੀ ਐਗਰੀਕਲਚਰ ਇੰਡਸਟਰੀ ਦੇ ਨਾਲ ਉਸ ਤਰ੍ਹਾਂ ਨਹੀਂ ਜੁੜਿਆ ਜਿਸ ਤਰ੍ਹਾਂ ਜੁੜਨਾ ਚਾਹੀਦਾ। ਬਿਲਕੁਲ ਜੀ, ਬਹੁਤ ਵੱਡੀ ਪ੍ਰੋਬਲਮ ਹੈ ਕਿ ਜਿਹੜਾ ਫੂਡ ਪ੍ਰੋਸੈਸਿੰਗ ਇਜ਼ ਵਨ ਆਫ ਦਾ ਫੈਕਟਰਸ। ਫੂਡ ਪ੍ਰੋਸੈਸਿੰਗ ਤੋਂ ਇਲਾਵਾ ਜਿਹੜਾ ਪੰਜਾਬ ਦੀ ਧਰਤੀ ਹੈ, ਇੱਥੇ ਬਹੁਤ ਅੱਛੀ ਜੈਨੇਟਿਕ ਰਿਸਰਚ ਹੋ ਸਕਦੀ ਹੈ। ਇੱਥੇ ਵੇਰੀਅਸ ਕਾਈਂਡ ਆਫ ਫੂਡਸ ਦੀ ਸੀਡਸ ਡਿਵੈਲਪ ਹੋ ਸਕਦੇ, ਜਿਹੜੇ ਮਤਲਬ ਤੁਹਾਡੀ ਅਰਨਿੰਗ ਨੂੰ ਜੇ ਐਕਸ ਅਰਨਿੰਗ ਆ ਤਾਂ ਉਹਨੂੰ 10x ਕਰ ਸਕਦੇ ਆ, ਬਹੁਤ ਜ਼ਿਆਦਾ ਪਰ ਏਕੜ ਅਰਨਿੰਗਸ ਕਰ ਸਕਦੇ ਹੋ ਤੁਸੀਂ। ਅਤੇ ਉਹ ਨਹੀਂ ਕੀਤਾ ਗਿਆ, ਉਹ ਜਿਹੜੀ ਸਕੇਲਿੰਗ ਅਪ ਨਹੀਂ ਕੀਤੀ। ਉਹਦੇ ਵਿੱਚ ਕਿਤੇ ਨਾ ਕਿਤੇ ਮੈਂ ਇਹ ਫੀਲ ਕਰਦਾ ਕਿ ਵੀ ਸੈਂਟਰ ਦਾ ਵੀ ਹੈਗਾ ਸੀ, ਕਿਉਂਕਿ ਤੁਸੀਂ ਪੈਡੀ ਦੇ ਰਹੇ ਸੀਗੇ ਅਤੇ ਉਹ ਚੀਜ਼ਾਂ ਦੇ ਰਹੇ ਸੀ। ਫਿਰ ਕਈ ਫੂਡਸ ਆ, ਜਿਵੇਂ ਫੋਰ ਐਗਜ਼ਾਮਪਲ ਟਮੈਟੋ ਆ ਪੰਜਾਬ ਦਾ, ਸਦਰਨ ਪੰਜਾਬ ਦਾ ਟਮਾਟਰ ਹੈਗਾ ਜਿਹੜਾ, ਉਹਦੀ ਇੱਕ ਖਾਸ ਫਲੇਵਰ ਆ, ਉਹਨੂੰ ਅਸੀਂ ਉਹ ਨਹੀਂ ਕਰ ਸਕੇ, ਉਹਦਾ ਬ੍ਰਾਂਡਿੰਗ ਜਾਂ ਉਹਦੀ ਉਹ ਨਹੀਂ ਪੇਟੈਂਟ ਨਹੀਂ ਲੈ ਸਕੇ। ਬਾਸਮਤੀ ਦਾ ਜਿਹੜਾ ਲੌਂਗ ਗ੍ਰੇਨ ਰਾਈਸ ਦਾ ਪੇਟੈਂਟ ਆ ਜਿਹੜਾ, ਉਹ ਸਾਰੇ ਇੰਡੀਆ ਦਾ ਹੋ ਗਿਆ ਨਾ, ਮਿਕਸ ਹੋਣ ਲੱਗ ਗਿਆ, ਤਾਂ ਅਸੀਂ ਉਹ ਰਿਅਲਾਈਜੇਸ਼ਨ ਨਹੀਂ ਕਰ ਪਾਉਂਦੇ ਸਾਰੀ ਉਹਦੀ ਪੈਸੇ ਦੀ। ਇਹਨਾਂ ਚੀਜ਼ਾਂ ਵਾਸਤੇ ਸਟੇਟ ਗਵਰਨਮੈਂਟ ਦੇ ਜਿਹੜੇ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਲੜਨਾ ਪਊਗਾ। ਜੇ ਉਹ ਲੜਾਂਗੇ ਤਾਂ ਉਹ ਚੀਜ਼ਾਂ ਤੋਂ ਹੀ ਸਾਡੀ ਐਗਰੀਕਲਚਰ ਨੂੰ ਇੱਕ ਸਟੈਪ ਉੱਤੇ। ਜਿਵੇਂ ਮੈਂ ਵੈਸੇ ਪੁੱਛਾਂ ਤਾਂ ਜਨਰਲੀ ਆ ਗਏ ਕਿ ਜੇ ਬੀਜ ਲਿਆਓ, ਇਹ ਕਰ ਲਓ, 5 ਚੀਜ਼ਾਂ ਇੰਡਸਟਰੀ 'ਚ ਕੀ ਹੋਣੀਆਂ ਚਾਹੀਦੀਆਂ। ਜਿਵੇਂ ਫੂਡ ਪ੍ਰੋਸੈਸਿੰਗ ਇੰਡਸਟਰੀ ਆਪਾਂ ਇੱਕ ਗਿਣਿਆ, ਇਹ 5 ਚੀਜ਼ਾਂ ਕੀ ਹੋਣ ਦੀ ਲੋੜ ਆ? ਦੇਖੋ ਜੀ, ਸਭ ਤੋਂ ਜੋ ਮੈਂ ਇੰਪੋਰਟੈਂਟ ਸਮਝਦਾ ਉਹ ਆ ਪੰਜਾਬ ਨੂੰ ਨੌਲੇਜ ਬੇਸਡ ਇੰਡਸਟਰੀ ਵੱਲ ਮੂਵ ਕਰਨਾ ਚਾਹੀਦਾ। ਨੌਲੇਜ ਬੇਸਡ ਤੋਂ ਮੇਰਾ ਭਾਵ ਆ ਕਿ ਜਿੱਥੇ ਤੁਹਾਡੀ ਇੱਕ ਤਾਂ ਹੁਣ ਕਾਲ ਸੈਂਟਰ ਬੇਸਡ ਹੈ ਨਾ, ਕਾਲ ਸੈਂਟਰ ਤੋਂ ਬਿਯੋਂਡ ਡਿਜ਼ਾਈਨ ਨਾਲ ਜਾਂ ਆਪਣਾ ਸੌਫਟਵੇਅਰ ਡਿਵੈਲਪਮੈਂਟ ਨਾਲ ਉੱਥੇ ਬੇਸ ਹੋਣਾ ਚਾਹੀਦਾ, ਕਿਉਂਕਿ ਸਾਡੇ ਕੋਲ ਉਹ ਇਨਵਾਇਰਮੈਂਟ ਆ। ਅਸੀਂ ਬਿਲਕੁਲ ਜਿਹੜੀ ਇਹ ਨੌਲੇਜ ਬੇਸਡ ਇੰਡਸਟਰੀ ਹੁੰਦੀ ਹੈ, ਇਹ ਫਾਈਨੈਂਸ਼ੀਅਲ ਹਬਸ ਤੋਂ ਤੇ ਗਵਰਨਮੈਂਟ ਹਬਸ ਤੋਂ ਦੂਰ ਹੁੰਦੀ। ਫੋਰ ਐਗਜ਼ਾਮਪਲ USA ਦੇ ਵਿੱਚ ਕੈਲੀਫੋਰਨੀਆ 'ਚ ਹੋਈ ਆ, ਆਪਣਾ ਚਾਈਨਾ 'ਚ ਵੀ ਐਂ ਦੂਰ ਹੈਗੀ ਆ, ਉਹ ਆਪਦੀ ਜਿਹੜੇ ਉਹਨਾਂ ਦੇ ਹਬਸ ਹੈਗੇ ਪੋਲੀਟੀਕਲ ਹਬਸ ਦੇ ਦੂਰ ਆ, ਅਤੇ ਇਨਵਾਇਰਮੈਂਟ ਬਹੁਤ ਚੰਗਾ। ਤਾਂ ਅਸੀਂ ਨੌਲੇਜ ਬੇਸਡ ਇੰਡਸਟਰੀ ਦਾ ਇੱਕ ਬਹੁਤ ਸੋਹਣਾ, ਜਿਵੇਂ ਆ ਨਿਊ ਚੰਡੀਗੜ੍ਹ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਦੀ ਬੈਲਟ ਆ, ਇਹਨੂੰ ਡਿਵੈਲਪ ਕਰ ਸਕਦੇ ਹਾਂ, ਕਿਉਂਕਿ ਏਅਰਪੋਰਟ ਹੈਗਾ। ਸੈਕਿੰਡ ਜਿਹੜਾ ਹੈਗਾ ਇਨਫਰਾਸਟਰਕਚਰ, ਫੂਡ ਪ੍ਰੋਸੈਸਿੰਗ ਤੋਂ ਇਲਾਵਾ ਜੈਨੇਟਿਕ ਰਿਸਰਚ ਦੇ ਵੱਲ ਬਹੁਤ ਧਿਆਨ ਦਿੱਤਾ ਜਾ ਸਕਦਾ। ਅਤੇ ਇਹਦੇ ਇਲਾਵਾ ਜਿਹੜਾ ਰਿਲੀਜੀਅਸ ਟੂਰਿਜ਼ਮ ਦੇ ਨਾਲ ਮਿਕਸ ਕਰਕੇ ਟ੍ਰੇਡ ਟੂਰਿਜ਼ਮ ਹੋਵੇ। ਫੋਰ ਐਗਜ਼ਾਮਪਲ ਜੇ ਤੁਹਾਡਾ ਡਾਇਸਪੋਰਾ ਇੱਥੇ ਆਉਂਦਾ ਹੈ ਜਾਂ ਜਿਹੜਾ ਵੀ ਕੋਈ ਆਉਂਦਾ ਹੈ, ਤਾਂ ਉਹ ਇਕੱਲਾ ਤੁਹਾਡਾ ਘੁੰਮ ਕੇ ਨਾ ਜਾਵੇ, ਇੱਥੇ ਉਹ ਤੁਹਾਡੇ ਇੱਥੋਂ ਪਰਚੇਜ਼ਿੰਗ ਵੀ ਕਰਕੇ ਲੈ ਜਾਵੇ, ਤਾਂ ਤੁਸੀਂ ਉਹ ਕਿਸੇ ਪਰਟੀਕੂਲਰ ਪ੍ਰੋਡਕਟਸ ਦੇ ਉੱਤੇ ਡਿਊਟੀ ਫ੍ਰੀ ਕਰ ਸਕਦੇ ਹੋ। ਇਹ ਕੁਛ ਆਸਪੈਕਟਸ ਆ ਜਿਨ੍ਹਾਂ ਨਾਲ ਬਹੁਤ ਚੇਂਜਸ ਲਿਆ ਸਕਦੇ ਹੋ। ਪਰ ਫਿਰ ਮੈਂ ਉਸੇ ਗੱਲ 'ਤੇ ਆਉਣਾ ਕਿ ਇਹਦੇ ਵਾਸਤੇ ਤੁਹਾਨੂੰ ਸਟਰਕਚਰਲ ਪਾਲਿਸੀ ਚੇਂਜਸ ਚਾਹੀਦੀਆਂ, ਕਿ ਤੁਹਾਨੂੰ ਇੱਕ। ਪਰ ਇੱਥੇ ਤਾਂ ਬਹੁਤ ਵੱਡੇ ਦਾਅਵੇ ਸੁਖਬੀਰ ਬਾਦਲ ਦੇ ਟਾਈਮ ਵੀ ਇਨਵੈਸਟ ਪੰਜਾਬ, ਹੋਰ ਬਹੁਤ ਸਾਰਾ ਕੁਛ, ਸਾਰਿਆਂ ਦੇ ਦਾਅਵੇ ਨੇ ਨਾ। ਉਹਨਾਂ ਨੇ ਵੀ ਐਗਰੀਕਲਚਰ ਸਮਿਟ ਵੀ ਕਰਾਈ, ਇੰਡਸਟਰੀ ਸਮਿਟ ਵੀ ਕਰਾਈ, ਅੰਬਾਨੀ ਅਡਾਨੀ ਸਭ ਆਏ। ਫਿਰ ਦੂਜੇ ਪਾਸੇ ਕੈਪਟਨ ਸਰਕਾਰ ਵੀ ਬਹੁਤ ਸਾਰੀਆਂ ਗੱਲਾਂ ਜਾ ਕੇ ਬੰਬੇ 'ਚ ਵੱਡੇ ਵੱਡੇ ਇੰਡਸਟਰੀਸਟਾਂ ਨੂੰ। ਫਿਰ ਘਾਟ ਕਿੱਥੇ ਆ? ਘਾਟ ਇੱਕ ਤਾਂ ਜੀ ਹੋਲਿਸਟਿਕ ਪਲੈਨਿੰਗ ਹੈ ਨਹੀਂ ਗੀ ਬਿਲਕੁਲ, ਕਿ ਇਹ ਨਹੀਂ ਕਿ ਵੀ ਜਦੋਂ ਅਸੀਂ ਟਰਾਂਸਪੋਰਟ ਅਸੀਂ ਬੱਸਾਂ ਮਗਰ ਪੈ ਜਾਵਾਂਗੇ ਜਾਂ ਬਿਜਲੀ ਮਗਰ ਪੈ ਜਾਵਾਂਗੇ, ਅਸੀਂ ਇਹ ਨਹੀਂ ਕਹਿੰਦੇ ਵੀ ਐਨਰਜੀ ਸੈਕਟਰ ਕਿਵੇਂ ਹੋਣਾ ਚਾਹੀਦਾ ਸਾਡਾ, ਠੀਕ ਹੈ ਜੀ। ਸੈਕਿੰਡ, ਜਿਵੇਂ ਮੈਂ ਕਿਹਾ ਵੀ ਪੋਲੀਟੀਸ਼ੀਅਨਸ ਦੀ ਜਿਹੜੀ ਪੋਲੀਟੀਕਲ ਇਕੋਨਮੀ ਦੀ, ਜਦੋਂ ਉਹਨਾਂ ਨੂੰ ਆਪਾਂ ਨੂੰ ਪੋਲੀਟਿਕਸ ਨਾਲ ਇਕੋਨਮੀ ਨੂੰ ਨਾਲ ਲਿੰਕ ਹੋ ਜਾਂਦੀ ਆ, ਤਾਂ ਉੱਥੇ ਉਹਨਾਂ ਨੂੰ ਆਉਂਦੀ ਆ। ਫੋਰ ਐਗਜ਼ਾਮਪਲ ਕੱਲ੍ਹ ਪਰਸੋਂ ਤੋਂ ਰੌਲਾ ਪਿਆ ਹੋਇਆ ਵੀ PPA ਕੈਂਸਲ ਕਰ ਦੇਣੇ ਚਾਹੀਦੇ ਆ, ਖਤਮ ਕਰ ਦੇਣੇ। ਉੱਧਰੋਂ ਮੌਂਟੇਕ ਸਿੰਘ ਆਹਲੂਵਾਲੀਆ ਕਹਿ ਰਿਹਾ ਕਿ ਵੀ ਹੋਰ ਪੁਰਾਣੇ 2 ਪਲਾਂਟ ਵੀ ਬੰਦ ਕਰ ਦੇ। ਤਾਂ ਆਪਾਂ ਪੈਂਡੂਲਮ ਵਾਂਗੂ ਨਹੀਂ ਘੁੰਮ ਸਕਦੇ, ਠੀਕ ਹੈ ਨਾ, ਕਿ ਕਿਸੇ ਦਿਨ ਤਾਂ ਅਸੀਂ ਸੋਸ਼ਲਿਸਟਿਕ ਅਤੇ ਲੈਫਟ ਦੀ ਓਰੀਐਂਟਡ ਇਕੋਨਮੀ ਵਾਂਝੀ, ਅਗਲੇ ਦਿਨ ਅਸੀਂ ਕਿ ਨਹੀਂ ਸਾਨੂੰ ਹੁਣ ਸਹੂਲਤਾਂ ਨਹੀਂ ਮਿਲ ਰਹੀਆਂ, ਹੁਣ ਤਾਂ ਸਾਨੂੰ ਜੀ ਕੈਪੀਟਲਿਜ਼ਮ ਵੱਲ ਭੱਜਣਾ ਸੀ। ਤਾਂ ਸਾਨੂੰ ਇਹ ਟਰੈਕ ਆਪਦੀ ਪੋਲਿਸੀ ਨੂੰ ਸਸਟੇਨ ਕਰਕੇ ਉੱਥੇ ਤੁਰਨਾ ਪਊ, ਚਾਹੇ ਉਹਦੀ ਕੋਈ ਵੀ ਪੋਲੀਟੀਕਲ ਕਾਸਟ ਦੇਣੀ ਪੈ ਜਾਏ,
ਠੀਕ ਹੈ। ਉਹ ਪੋਲੀਟੀਕਲ ਕਾਸਟ ਤੋਂ ਡਰਦੇ ਹੋਏ ਅਸੀਂ ਸਡਨਲੀ ਕਹਿਣ ਲੱਗ ਜਾਂਦੇ ਹਾਂ ਕਿ ਨਹੀਂ ਅਸੀਂ ਹੁਣ ਇਸ ਪਾਸੇ ਤੁਰ ਪਈਏ। ਤਾਂ ਜਿਹੜੀਆਂ ਜੇ ਮੈਂ ਐਗਰੀਕਲਚਰ 'ਚ ਪੁੱਛਾਂ ਤੁਹਾਡੇ ਤੋਂ, ਜਿਵੇਂ ਇੰਡਸਟਰੀ ਤੁਸੀਂ ਐਗਰੀਕਲਚਰ 'ਚ 5-4 ਚੀਜ਼ਾਂ ਕੀ ਕਰਨ ਦੀ ਲੋੜ ਹੈਗੀ? ਐਗਰੀਕਲਚਰ 'ਚ ਇੱਕ ਤਾਂ ਜੀ ਜਿਹੜਾ ਇੰਟਰਸਟ ਰੇਟਸ ਹੈਗੇ ਆ ਫਾਰਮਰਸ ਦੇ, ਉਹਦੇ ਵਿੱਚ ਸਵਾਮੀਨਾਥਨ ਕਮਿਸ਼ਨ ਨੇ ਬਹੁਤ ਸੋਹਣਾ ਆਖਿਆ ਕਿ 4% ਤੇ ਹੋਣਾ ਚਾਹੀਦਾ। ਤਾਂ ਫਾਰਮਰ ਨੂੰ ਜਿਹੜਾ ਲੋਨ ਹੈਗਾ ਉਹ 4% ਤੇ ਮਿਲਣਾ ਚਾਹੀਦਾ ਕ੍ਰੌਪਸ ਵਾਸਤੇ ਘੱਟੋ ਘੱਟ ਐਟਲੀਸਟ। ਸੈਕੰਡਲੀ ਆਪਾਂ ਨੂੰ ਬਹੁਤ ਲਾਰਜ ਹਬਸ ਦੀ ਲੋੜ ਹੈ ਇਸ ਟਾਈਮ। ਫੋਰ ਐਗਜ਼ਾਮਪਲ ਬੋਹਰ ਪਲਾਂਟ ਲੱਗਿਆ ਹੋਇਆ ਤੁਹਾਡਾ, ਤਾਂ ਉਹਦੇ ਆਸੇ-ਪਾਸੇ ਅਸੀਂ ਪੈਡੀ ਫ੍ਰੀ ਕਰ ਦਈਏ, ਉਹਨੂੰ ਫਰੂਟਸ ਵਾਲ ਹੀ ਧਿਆਨ ਦਈਏ, ਬਟ ਅਸੀਂ ਉਹ ਫੋਕਸ ਨਹੀਂ ਕਰਦੇ। ਮਤਲਬ ਅਸੀਂ ਕੀ ਆ ਪਲਾਂਟ ਲਾਤਾ ਤੇ ਪਲਾਂਟ ਦਾ ਜਿਹੜਾ 5-7 ਹਜ਼ਾਰ ਏਕੜ ਦਾ ਜਿਹੜਾ ਉਹਦਾ ਫੀਡ ਵਾਲਾ ਏਰੀਆ ਉਹਨੂੰ ਅਸੀਂ ਉਸ ਪਾਸੇ ਨਹੀਂ ਲਿਜਾਂਦੇ। ਉੱਥੇ ਐਕਸਟੈਂਸ਼ਨ ਐਜੂਕੇਸ਼ਨ ਕਰਕੇ ਅਸੀਂ ਇਹ ਨਹੀਂ ਕਹਿੰਦੇ ਕਿ ਇੱਥੇ ਅਸੀਂ ਟਮਾਟਰ ਹੀ ਲਾਉਣੇ ਆ ਭਾਈ, ਵੀ ਇੱਥੇ ਅਸੀਂ ਨਿੰਬੂ ਜਾਂ ਕੀਨੂ ਹੀ ਲਾਉਣੇ ਹੈਗੇ। ਅਸੀਂ ਉਹਦੇ ਤੇ ਉੱਥੇ ਤਾਂ ਹੀ ਲੱਗ ਰਿਹਾ ਕੀਨੂ ਜਾਂ ਟਮਾਟਰ ਕਿਤੋਂ ਹੋਰੋਂ ਆ ਰਿਹਾ। ਤਾਂ ਉਹ ਕਨਫਿਊਜ਼ਨ ਜਿਹੜੀ ਆ ਨਾ, ਹੋਲਿਸਟਿਕ ਪਲੈਨਿੰਗ ਹੈ ਐਗਰੀਕਲਚਰ 'ਚ, ਉਹ ਬਹੁਤ ਲੋੜ ਆ। ਤੀਸਰੀ ਜਿਹੜੀ ਲੋੜ ਆ ਉਸ ਟਾਈਮ, ਜਿਹੜੀ ਜਿਵੇਂ FPO ਸਰਕਾਰ ਨੇ ਦਿੱਤੇ ਹੈਗੇ ਗਵਰਨਮੈਂਟ ਨੇ, ਉਹ FPO ਦੀ ਜਿਹੜੀ ਆ ਉਹ ਬਹੁਤ ਬਣਾਉਣ ਦੀ ਲੋੜ ਆ। ਪੰਜਾਬ ਦੇ ਵਿੱਚ FPOs ਨੂੰ ਪ੍ਰਮੋਟ ਕਰੋ, ਗਵਰਨਮੈਂਟ ਦੀ ਐਡਵਾਂਟੇਜ ਲਓ ਉਹਦੀ ਜਿੰਨੀ ਲੈ ਸਕਦੇ ਹੋ ਤੁਸੀਂ। ਅਤੇ ਡੈਟ ਦੇ ਉੱਤੇ ਬਹੁਤ ਵੱਡਾ ਸਟੈਂਡ ਪੰਜਾਬ ਸਰਕਾਰ ਨੂੰ ਵੀ ਲੈਣ ਦੀ ਲੋੜ ਆ ਅਤੇ ਫਾਰਮਰਸ ਨੂੰ ਵੀ ਲੈਣ ਦੀ ਲੋੜ ਆ ਕਿ ਜਿਹੜਾ ਕਰਜ਼ਾ ਹੈ ਆਲਰੇਡੀ 80-90 ਹਜ਼ਾਰ ਕਰੋੜ ਦਾ, ਇਹਨੂੰ ਕਿਵੇਂ ਫਾਰਮਰ ਦਾ ਡਿਲਿਊਟ ਕੀਤਾ ਜਾਵੇ ਜਾਂ ਇਹਨੂੰ ਖਤਮ ਕੀਤਾ ਜਾਵੇ ਜਾਂ ਕਿਵੇਂ ਇਹਨੂੰ ਆਫ ਕੀਤਾ ਜਾਵੇ। ਤਾਂ ਇਹ ਸਮ ਆਫ ਦੀਸ ਕੀ ਇਹ ਸੰਭਵ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ, ਕੋਈ ਸੁਣ ਕੇ ਕਹਿ ਸਕਦਾ ਕਿ ਬੜਾ ਆਈਡਲਿਸਟਿਕ ਗੱਲਾਂ ਨੇਗੀਆਂ, ਜਦੋਂ ਕਿ ਇਹ ਕਿਹਾ ਜਾਂਦਾ ਕਿ ਜੀ ਵਰਲਡ ਆਰਡਰ ਕੀ ਹੈ ਇਕੋਨਮੀ ਦਾ, ਉਹ ਤਾਂ ਵਰਲਡ ਬੈਂਕ ਤੈਅ ਕਰ ਰਿਹਾ ਹੈਗਾ, IMF ਤੈਅ ਕਰ ਰਹੀ ਹੈ, WTO ਤੈਅ ਕਰ ਰਿਹਾ ਕਿ ਟ੍ਰੇਡ ਕਿਸ ਤਰ੍ਹਾਂ ਦਾ ਹੋਵੇ। ਤਾਂ ਐਗਰੀਕਲਚਰ ਦੇ ਜਿਹੜੇ ਬਿੱਲ ਆਏ ਨੇ ਉਹ ਉਹਦੇ ਵਿੱਚ ਰੱਖ ਕੇ ਦੇਖਿਆ ਰਿਹਾ, ਮਨਟੇਕ ਸਿੰਘ ਆਹਲੂਵਾਲੀਆ ਦੀ ਰਿਪੋਰਟ ਨੂੰ ਵੀ ਉੱਥੇ ਰੱਖ ਕੇ ਦੇਖਿਆ ਜਾ ਰਿਹਾ। ਇਹ ਸੰਭਵ ਹੈ ਕਿ ਪੰਜਾਬ ਇੱਕ ਆਪਣਾ ਮਾਡਲ ਘੜ ਲੇ, ਜਦੋਂ ਵਰਲਡ ਆਰਡਰ ਸੇਮ ਹੋਣ ਜਾ ਰਿਹਾ ਹੋਵੇ, ਕੀਤਾ ਜਾ ਰਿਹਾ ਹੋਵੇ, ਤਾਂ ਇੰਡੀਆ ਦੇ ਨਾਲੋਂ, ਇੰਡੀਅਨ ਇਕੋਨਮੀ ਦੇ ਨਾਲੋਂ ਜਿਹੜਾ ਨਿਊ ਰਿਫਾਰਮ ਆਏ, ਜਿਹੜਾ ਨਿਊ ਇਕਨੋਮਿਕ ਪਾਲਿਸੀਆਂ ਆਈਆਂ ਗਲੋਬਲਾਈਜੇਸ਼ਨ ਦੇ ਦੌਰ 'ਚ, ਸੰਭਵ ਹੈ? ਦੇਖੋ ਜੋ ਮੈਂ ਗੱਲਾਂ ਕੀਤੀਆਂ ਹੈ ਨਾ, ਚਾਹੇ ਮੈਂ ਕਿਹਾ ਕਿ ਵੀ ਪੈਸਾ ਤਾਂ ਉਹਦੇ ਲਈ ਆਏਗਾ ਨਾ, ਕਿ ਉਹਦੀ ਕੈਪੀਟਲ ਕੌਣ? ਹਾਂ, ਮੈਂ ਉਹੀ ਤਾਂ ਨਾ ਜੋ ਮੈਂ ਗੱਲਾਂ ਕੀਤੀਆਂ ਹੈ ਨਾ, ਕਿਉਂਕਿ ਕੈਪੀਟਲ ਉਹ ਸ਼ਰਤਾਂ ਤੇ ਦਿੰਦੇ ਨੇ, ਵਰਲਡ ਬੈਂਕ IMF ਉੱਥੋਂ ਸ਼ਰਤਾਂ ਤੇ ਆਉਂਦੀ ਹੈਗੀ ਕਿ ਸਬਸਿਡੀ ਖਤਮ ਕਰੋ, ਇੱਥੇ ਇਹ ਕਰੋ, ਜਿਹੜੀ ਗੱਲ ਵੀ ਜਾਂ ਸਾਡੇ ਮੁਤਾਬਕ ਇੱਕ ਵਰਲਡ ਆਰਡਰ ਬਣਾਓ। ਦੇਖੋ ਜਿਹੜੀ ਗੱਲ ਵੀ ਮੈਂ ਕੀਤੀ ਹੈ ਨਾ ਹੁਣ ਤੱਕ, ਜਿੰਨੀਆਂ ਵੀ ਮੈਂ ਪ੍ਰਪੋਜ਼ਲ ਕਿਹਾ ਕਿ ਵੀ ਆਹ ਕਰੋ, ਵੀ ਡੈਟ ਨੂੰ 4% ਤੇ ਲਿਆਓ, ਅਤੇ ਵੀ ਜਿਹੜੇ ਆਪਣਾ ਉਹਦੇ ਕੈਪਟਿਵ ਏਰੀਆਜ਼ ਦੇ ਵਿੱਚ ਉਹੀ ਫਸਲਾਂ ਕਰੋ, ਇਹ ਸਾਰਾ ਕੁਛ ਪ੍ਰੈਜ਼ੈਂਟ ਵਰਲਡ ਆਰਡਰ, ਗਲੋਬਲ ਆਰਡਰ ਦੇ ਵਿੱਚ ਬਿਲਕੁਲ ਡਵਟੇਲ ਕਰਦਾ। ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਚੱਲਿਆ ਜਾ ਸਕਦਾ। ਮਤਲਬ ਉਹਨਾਂ ਨਾਲ ਠੀਕ ਹੈ, ਮਾਈਨਰ ਨੈਗੋਸੀਏਸ਼ਨਸ ਐਜ਼ ਦਾ ਐਨਵਲਪ ਤਾਂ ਆਪਾਂ ਪੁਸ਼ ਕਰਾਂਗੇ, ਠੀਕ ਹੈ, ਉਹ ਚੀਜ਼ਾਂ ਕੀਤੀਆਂ ਜਾ ਸਕਦੀਆਂ। ਮਤਲਬ ਇਹ ਨਹੀਂ ਕਿ ਵੀ ਇਹ ਕੀਤਾ ਨਹੀਂ ਜਾ ਸਕਦਾ। ਫੋਰ ਐਗਜ਼ਾਮਪਲ ਜੇ ਤੁਹਾਡੇ ਪਲਾਂਟ ਆਲਰੇਡੀ ਹੁਸ਼ਿਆਰਪੁਰ ਤੇ ਅਬੋਹਰ ਲੱਗੇ ਹੋਏ, ਉਹਦੇ ਆਸੇ-ਪਾਸੇ 5-7 ਹਜ਼ਾਰ ਏਕੜ ਪਰਟੀਕੂਲਰ ਫਸਲ ਨੂੰ ਕਿਉਂ ਨਹੀਂ ਕੀਤਾ ਜਾ ਸਕਦਾ? ਕੀਤਾ ਜਾ ਸਕਦਾ, ਐਕਸਪੈਰੀਮੈਂਟ ਕੀਤਾ ਜਾ ਸਕਦਾ, ਡਾਇਵਰਸੀਫਿਕੇਸ਼ਨ ਕੀਤੀ ਜਾ ਸਕਦੀ, ਹੌਲੀ-ਹੌਲੀ ਫਾਰਮਰ ਉਹਦਾ ਕੋਆਪਰੇਟਿਵ ਫਾਰਮਿੰਗ ਹੋਵੇ, ਕੋਆਪਰੇਟਿਵ ਨਾ ਵੀ ਹੋਵੇ, ਚਾਹੇ ਉਹ ਪਲਾਂਟ ਤਾਂ ਉੱਥੇ ਲੱਗਿਆ ਹੋਇਆ, ਉੱਥੇ ਪੁਸ਼ ਕਰੋ ਲੋਕਾਂ ਨੂੰ। ਜੇ ਤੁਹਾਨੂੰ ਜ਼ਿਆਦਾ ਉੱਥੇ ਮਿਲ ਰਿਹਾ ਅਰਨਿੰਗ ਜਾਂ ਰਿਟਰਨ ਮਿਲ ਰਹੀ ਹੈ, ਕਿਉਂ ਨਹੀਂ ਫਾਰਮਰ ਜਾਊਗਾ ਉੱਥੇ? ਉਹਨੂੰ ਇਨਸੈਂਟੀਵਾਈਜ਼ ਕਰ ਸਕਦੇ ਹੋ ਤੁਸੀਂ, ਠੀਕ ਹੈ ਨਾ। ਤੁਸੀਂ ਬਿਜਲੀ ਜੋ ਉਹਨੂੰ ਇਨਸੈਂਟੀਵਾਈਜ਼ ਕਰ ਰਹੇ ਹੋ, ਉਹਨੂੰ ਉੱਥੇ ਘਰ ਦੀ ਬਿਜਲੀ ਫ੍ਰੀ ਕਰ ਦਿਓ। ਇਹ ਤਾਂ WTO ਨਹੀਂ ਮਨਾ ਕਰਦਾ ਤੁਹਾਨੂੰ ਕਿ ਉੱਥੇ ਦੇਣ ਦੀ ਬਜਾਏ ਉੱਧਰ ਦੇ ਦਿਓ ਸਬਸਿਡੀ। ਸੋ ਇਹ ਕੀਤਾ ਜਾ ਸਕਦਾ, ਇਹ ਵਿਲ ਚਾਹੀਦੀ ਹੈ। ਜਿਵੇਂ ਫਿਰ ਮੈਂ ਕਿਹਾ ਤੇ ਪੋਲੀਟੀਕਲ ਵਿਲ ਚਾਹੀਦੀ ਹੈ, ਨੋਟ ਕਿ ਕੋਈ ਰੁਕਾਵਟਾਂ ਇਹਦੇ ਵਿੱਚ। ਤਾਂ ਬਹੁਤ ਕੁਛ ਕੀਤਾ ਜਾ ਸਕਦਾ। ਅਤੇ ਜਿਵੇਂ ਹੁਣ ਆ ਨੌਲੇਜ ਬੇਸਡ ਇੰਡਸਟਰੀ ਦੀ ਮੈਂ ਬੈਲਟ ਦੀ ਗੱਲ ਕਰਦਾ ਜਾਂ ਟੂਰਿਜ਼ਮ ਦੀ ਮੈਂ ਗੱਲ ਕਰਦਾ, ਤਾਂ ਇਹਦੇ ਵਿੱਚ ਕੋਈ ਵਰਲਡ ਆਰਡਰ ਤਾਂ ਨਹੀਂ ਆਪਾਂ ਨੂੰ ਆ ਕੇ ਬਾਂਹ ਫੜ ਰਿਹਾ, ਤਾਂ ਸਿਰਫ ਆਪਣੀ ਕੈਪੈਸਿਟੀ ਟੂ ਡੂ ਇਟ ਆ। ਅਤੇ ਆਪਾਂ ਨੀਅਤ ਨਾ ਕਰੀਏ, ਇਹ ਨਾ ਹੋ ਨੇ ਆਪਣੇ ਪੋਲੀਟੀਕਲ ਬੌਸਿਸ ਜਿਵੇਂ ਵੇਖਣ ਲੱਗ ਜਾਂਦੇ ਵੀ ਇਹਦੇ 'ਚੋਂ ਮੇਰਾ ਕੀ ਲੱਭਣਾ, ਉਹ ਨਹੀਂ। ਉਹ ਛੱਡ ਕੇ ਪਾਸੇ ਇੱਕ ਕਰੋ। ਅਤੇ ਜਿਹੜੀ ਸਬਸਿਡੀਜ਼ ਆਪਾਂ ਦੇਣਾ ਚਾਹੁੰਦੇ, ਲੈਟਸ ਸੇ 18% ਦੇ ਹੁਣ 2 ਤਰੀਕੇ ਆ, ਹੈ ਨਾ। ਇੱਕ ਤਾਂ ਆਪਾਂ ਲੋਕਾਂ ਦੀ ਸਬਸਿਡੀਆਂ ਬੰਦ ਕਰ ਦਈਏ, ਇੱਕ ਇਹ ਕਿ ਸਬਸਿਡੀ ਦਾ ਲੈਵਲ ਇਹ ਰੱਖੋ, ਪਰ ਆਹ ਸਾਰੇ ਫੈਕਟਰ ਕਰਕੇ, ਜਿਵੇਂ ਆਪਾਂ ਡਾਇਸਪੋਰਾ ਦੀ ਇਨਵੈਸਟਮੈਂਟ ਨੂੰ ਜਾਂ ਹੋਰਾਂ ਨੂੰ ਕਰਕੇ, ਅਤੇ ਉਹਨੂੰ ਆਪਾਂ ਆਪਦੀ GDP ਨੂੰ ਹੀ ਵਧਾਈਏ, ਅਤੇ ਵੀ ਉਹ ਪਰਸੈਂਟੇਜ ਆਪੇ ਡਾਊਨ ਹੋ ਜੂਗੀ ਬੇਸ ਦੇ ਵਿੱਚ। ਅਤੇ ਇਹ ਕੰਟਰੀਜ਼ ਨੇ ਬੜਿਆਂ ਨੇ ਕੀਤਾ। ਤੁਸੀਂ ਸਿਡਨੀ 'ਚ ਵੇਖ ਲਓ, ਉਹਨਾਂ ਨੇ ਆਪਦੀ ਹਾਊਸਿੰਗ ਇੰਡਸਟਰੀ ਨੂੰ ਰੀਵੈਂਪ ਹੀ ਕਰਤਾ ਬਿਲਕੁਲ ਹੀ। ਉੱਥੇ ਇੰਟਰਸਟ ਰੇਟਸ ਘਟਾ ਤੇ ਹੋਰ ਰਜਿਸਟ੍ਰੇਸ਼ਨ ਫੀਸ ਮਾਫ ਕਰਤੀਆਂ, ਅਤੇ ਉਹ ਬੂਮ ਲਿਆਂਦਾ। ਸੋ ਇਹ ਜੇ ਬਹੁਤ ਹੈਗੇ ਆ, ਇਨੋਵੇਟਿਵ ਥਿੰਕਿੰਗ, ਕ੍ਰੀਏਟਿਵ ਥਿੰਕਿੰਗ ਦੀ ਲੋੜ ਆ, ਜਿਹਦੇ ਕਰਕੇ ਪੰਜਾਬ ਚੱਲ ਸਕਦਾ ਅਤੇ ਪੰਜਾਬ ਦੀ ਬੇਸ ਬਹੁਤ ਵਧੀਆ ਹੈ ਜਿਹਦੇ 'ਤੇ ਖੜ੍ਹਾ। ਤਾਂ ਧੰਨਵਾਦ ਬਰਾੜ ਸਾਹਿਬ। ਇਹ ਸਨ ਅਜੇਪਾਲ ਬਰਾੜ, ਜਿਨ੍ਹਾਂ ਨੇ ਆਰਥਿਕਤਾ ਦੇ ਉੱਤੇ, ਕਿਉਂਕਿ ਅਕਸਰ ਚਰਚਾ ਹੁੰਦੀ ਹੈ ਕਿ ਮੋਟੇ ਤੌਰ 'ਤੇ, ਹਾਲਾਂਕਿ ਬਹੁਤ ਸਾਰੇ ਰੀਜਨ ਹੋਣਗੇ, ਪ੍ਰਵਾਸ ਦੇ ਬਹੁਤ ਸਾਰੇ ਕਾਰਨ ਨੇ, ਹੋਰ ਬਹੁਤ ਸਾਰਾ ਕੁਛ ਆ ਪੰਜਾਬ 'ਚ, ਨਸ਼ਾ, ਗੈਂਗਸਟਰ, ਬਹੁਤ ਸਾਰੇ ਕਾਰਨ ਹੋਣਗੇ, ਪਰ ਆਰਥਿਕਤਾ ਵੀ ਇੱਕ ਮੇਜਰ ਕਾਰਨ ਹੁੰਦੀ ਹੈ। ਇਸ ਕਰਕੇ ਜਦੋਂ ਤੱਕ ਆਰਥਿਕਤਾ ਪਟੜੀ 'ਤੇ ਨਹੀਂ ਚੜ੍ਹੇਗੀ, ਉਦੋਂ ਤੱਕ ਸੰਕਟ ਮੌਜੂਦ ਰਹਿਣਗੇ। ਦੇਖਦੇ ਹਾਂ ਹੁਣ ਸਾਡੇ ਪੋਲੀਟੀਸ਼ੀਅਨ ਅਤੇ ਸਾਡੀ ਅਫਸਰਸ਼ਾਹੀ ਇਹਨਾਂ ਨੂੰ ਕਿੰਨਾ ਕੁ ਸੁਣਦੀ ਹੈ।